ਜਿਹੜਾ ਕਿ ਭਵਾਨੀਗੜ੍ਹ ਦੇ ਵਿੱਚ ਕੀ ਪੂਰੇ ਆਲੇ ਦੁਆਲੇ ਦੇ 40 ਪਿੰਡਾਂ ਦੇ ਵਿੱਚ ਜਿਹੜੇ ਬੱਚੇ ਨੇ, ਵਿਦਿਆਰਥੀ ਨੇ, ਇੱਥੇ CBSE ਬੋਰਡ ਦੀ ਜਿਹੜੀ ਪ੍ਰੀਖਿਆ ਹੈਗੀ ਹੈ, ਐਜੂਕੇਸ਼ਨ ਹੈ, ਉਹ ਲੈ ਰਹੇ ਨੇ। ਔਰ ਪਿਛਲੇ ਸਾਲ ਫਰਵਰੀ 2020 ਦੇ ਵਿੱਚ ਐਡੂਸਪਾਰਕ ਨਾਮ ਦੀ ਕੰਪਨੀ ਨੇ ਇਹ ਸਕੂਲ ਆਪਣੇ ਅੰਡਰ ਟੇਕ ਓਵਰ ਕੀਤੇ। PDB ਨੇ ਇਹ ਸਕੂਲ ਐਡੂਸਪਾਰਕ ਕੰਪਨੀ ਮੈਨੇਜਮੈਂਟ ਨੂੰ ਦੇ ਦਿੱਤੇ ਗਏ। ਉਦੋਂ ਕੰਪਨੀ ਨੇ ਮੁਲਾਜ਼ਮਾਂ ਤੋਂ ਜੁਆਇਨਿੰਗ ਲੈਟਰ ਸਾਈਨ ਕਰਵਾਏ ਸੀਗੇ ਤੇ ਨਾਲ ਹੀ ਇੰਕਰੀਮੈਂਟ ਲੈਟਰ ਵੀ ਰਿਟਨ ਦੇ ਵਿੱਚ ਸਾਰੇ ਸਟਾਫ ਨੂੰ, ਟੀਚਿੰਗ ਅਤੇ ਨਾਨ ਟੀਚਿੰਗ ਨੂੰ ਦੇ ਦਿੱਤੇ ਸੀ, ਜਿਹੜੇ ਕਿ 1 ਜੂਨ 2021 ਤੋਂ ਲਾਗੂ ਹੋਣੇ ਸੀ। ਪਰ ਜਦੋਂ ਹੁਣ ਜੂਨ ਦੇ ਵਿੱਚ ਹਰੇਕ ਸਟਾਫ ਮੈਂਬਰ ਇਹ ਉਮੀਦ ਲਈ ਬੈਠਾ ਸੀ ਕਿ ਇੰਕਰੀਮੈਂਟ ਸਾਨੂੰ ਜੂਨ ਦੇ ਮਹੀਨੇ ਵਿੱਚ ਸੈਲਰੀ ਦੇ ਨਾਲ ਲੱਗ ਕੇ ਆਉਣਗੇ, ਪਰ ਇਹ ਸਾਨੂੰ ਸਰਾਸਰ ਇੱਕ ਧੋਖਾ ਜਿਹਾ ਜਾਪਿਆ ਜਦੋਂ ਉਹ ਇਸ ਇੰਕਰੀਮੈਂਟ ਤੋਂ ਬਿਲਕੁਲ ਹੀ ਮੁੱਕਰਦੇ ਹੋਏ ਨਜ਼ਰ ਆਏ। ਜਦੋਂ ਅਸੀਂ ਮੈਨੇਜਮੈਂਟ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਜਿਹੜਾ ਜਵਾਬ ਸੀ ਉਹ ਬਿਲਕੁਲ ਟਾਲ ਮਟੋਲ ਕਰਨ ਵਾਲਾ ਸੀ ਵੀ ਦੇ ਦਾਂਗੇ, ਲਗਾ ਰਹੇ ਹਾਂ, ਕਰ ਰਹੇ ਹਾਂ, ਪਰ ਸਾਨੂੰ ਉਹਦੇ ਵਿੱਚ ਕੋਈ ਵੀ ਉਹਨਾਂ ਦਾ ਆਸ਼ਵਾਸਨ ਇੱਦਾਂ ਦਾ ਨਹੀਂ ਲੱਗਿਆ ਵੀ ਇਹ ਇੰਕਰੀਮੈਂਟ ਸਾਨੂੰ ਮਿਲੂਗਾ। ਤਾਂ ਸਾਡੀ ਮੇਨ ਇਹੀ ਇੱਕ ਮੰਗ ਹੈ ਵੀ ਜੋ ਬਣਦਾ ਇੰਕਰੀਮੈਂਟ ਸੀਗਾ, ਜੋ ਰਿਟਨ ਉਹਨਾਂ ਨੇ ਲੈਟਰ ਸਾਨੂੰ ਦਿੱਤੇ ਸੀ, ਤਰਕ ਦੇ ਆਧਾਰ 'ਤੇ ਅਸੀਂ ਗੱਲ ਕਰਾਂਗੇ ਵੀ ਉਹ ਲੈਟਰ ਸਾਡੇ ਜਾਰੀ ਕੀਤੇ ਜਾਣ, ਲਾਗੂ ਕੀਤੇ ਜਾਣ ਔਰ 1 ਜੂਨ 2021 ਤੋਂ ਹੀ ਉਹ ਸਾਨੂੰ ਦੇਣੇ ਇਹਨਾਂ ਦੇ ਬਣਦੇ ਨੇ। ਮੇਨ ਇਹੀ ਸਾਡੀ ਮੰਗ ਹੈਗੀ ਹੈ। ਸਰ, ਸਿੱਖਿਆ ਵਿਭਾਗ ਨੇ ਕੋਈ ਇਹਦੇ ਉੱਪਰ ਤੁਸੀਂ ਗਏ ਹੋ ਕਿਸੇ ਅਧਿਕਾਰੀ ਲਵੇ? ਅਸੀਂ ਦੇਖੋ ਜੀ, ਇਹ ਜਿਹੜੀ ਮੈਨੇਜਮੈਂਟ ਹੈਗੀ ਹੈ ਉਹਨਾਂ ਨੇ ਸਕੂਲ ਟੇਕ ਓਵਰ ਕੀਤੇ ਹੋਏ ਨੇ, ਤਾਂ ਸਾਡਾ ਪਹਿਲਾ ਹੱਕ ਇਹੀ ਬਣਦਾ ਕਿ ਜੋ ਮੈਨੇਜਮੈਂਟ ਇਹਨੂੰ ਚਲਾ ਰਹੀ ਹੈ ਅਸੀਂ ਉਹਨਾਂ ਤੱਕ ਇਹ ਗੱਲ ਪਹੁੰਚਾਈਏ ਵੀ ਜੋ ਰਿਟਨ ਤੁਸੀਂ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਾ ਕਰੋ। ਪਿੱਛੇ ਜੇ ਸਾਡੇ 2 ਟੀਚਰਾਂ ਦੀ ਟਰਾਂਸਫਰ ਕਰ ਦਿੱਤੀ ਗਈ, ਬਿਨਾਂ ਕਿਸੇ ਕਾਰਨ ਦੇ ਟਰਾਂਸਫਰ ਹੋਈ ਹੈ, ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹਦਾ ਕਾਰਨ ਕੀ ਹੈ ਤਾਂ ਉਹਦੇ ਵਿੱਚ ਵੀ ਕੋਈ ਸਪਸ਼ਟੀਕਰਨ ਉੱਤਰ ਸਾਨੂੰ ਕੋਈ ਨਹੀਂ ਜਾਪਿਆ ਵੀ ਹਾਂ ਇਹ ਕੋਈ ਕਾਰਨ ਸੀਗਾ ਵੀ ਉਹਨਾਂ ਨੂੰ ਟਰਾਂਸਫਰ ਕਰ ਦਿੱਤਾ ਗਿਆ। ਬੇਵਜ੍ਹਾ ਮਤਲਬ ਇੱਕ ਤੰਗ ਪਰੇਸ਼ਾਨ ਕਰਨ ਵਾਲੀ ਸਥਿਤੀ ਹੈ ਜਿਹੜੀ ਉਹ ਪੈਦਾ ਕੀਤੀ ਜਾ ਰਹੀ ਹੈ। ਸਰ, ਤੁਸੀਂ ਸਕੂਲ ਦਾ ਜਿਹੜਾ ਦਫ਼ਤਰ ਹੈਗਾ ਉਹਨੂੰ ਵੀ ਜਿੰਦਾ ਲਗਾਇਆ 2 ਕਮਰੇ ਨੂੰ? ਦੇਖੋ ਜੀ, ਇਹਦੇ ਵਿੱਚ ਇਹ ਹੈਗਾ ਪੂਰਾ ਸਟਾਫ, ਟੀਚਿੰਗ, ਨਾਨ ਟੀਚਿੰਗ, ਪਿੰਡ ਦੀ ਪੰਚਾਇਤ, ਪ੍ਰਿੰਸੀਪਲ ਸਰ, ਸਾਰਿਆਂ ਨੇ ਹੀ ਇਹ ਪੈਨ ਡਾਊਨ ਸਟ੍ਰਾਈਕ ਹੈ ਜਿਹੜੀ ਇਹ ਚੱਲ ਰਹੀ ਹੈ ਸਕੂਲ ਦੇ ਵਿੱਚ। ਤਾਂ ਇੱਥੇ ਇਹੀ ਇੱਕ ਮੰਗ ਹੈ ਸਾਡੀ ਵੀ ਇਹਨਾਂ 2 ਮੇਨ ਮੰਗਾਂ ਦਾ, ਇੱਕ ਤਾਂ ਜਿਹੜੇ ਸਾਡੇ ਇੰਕਰੀਮੈਂਟ ਬਣਦੇ ਨੇ ਉਹ ਲਾਗੂ ਕੀਤੇ ਜਾਣ ਔਰ ਦੂਜੀ ਗੱਲ ਜਿਹੜੇ ਵੀ ਟੀਚਰਾਂ ਦੀ ਟਰਾਂਸਫਰ ਦੇ ਲੈਟਰ ਉਹਨਾਂ ਨੇ ਜਾਰੀ ਕੀਤੇ ਨੇ ਬਿਨਾਂ ਕਿਸੇ ਬੇਵਜ੍ਹਾ, ਮਤਲਬ ਕਿਸੇ ਬੇਬੁਨਿਆਦ ਹੈ ਜੋ ਕਿ ਬਿਲਕੁਲ, ਤਾਂ ਉਹ ਉਹਨਾਂ ਜਿਹੜੀਆਂ 2 ਸਾਡੀਆਂ ਮੇਨ ਮੰਗਾਂ ਨੇ ਉਹਦੇ ਉੱਤੇ ਉਹ ਸਪਸ਼ਟੀਕਰਨ ਦੇਣ। ਇੰਕਰੀਮੈਂਟ ਦੇ ਮਾਮਲੇ ਦੇ ਵਿੱਚ ਮੈਨੇਜਮੈਂਟ ਦਾ ਇਹ ਕਹਿਣਾ ਹੈ ਕਿ ਅਸੀਂ ਨਾ ਤਾਂ ਡਿਨਾਈ ਕੀਤਾ ਤੇ ਨਾ ਐਕਸੈਪਟ ਕੀਤਾ ਕਿ ਇੰਕਰੀਮੈਂਟ ਅਸੀਂ ਉਹਨਾਂ ਟੀਚਰਸ ਨੂੰ ਹੀ ਦੇਵਾਂਗੇ ਜਿਨ੍ਹਾਂ ਦੀ ਪਰਫਾਰਮੈਂਸ ਅੱਛੀ ਹੋਵੇਗੀ। ਪਰਫਾਰਮੈਂਸ ਦੇ ਵਿੱਚ ਸਰ ਲਾਸਟ ਈਅਰ 2020 ਦੇ ਵਿੱਚ ਦਸੰਬਰ ਮੰਥ ਦੇ ਵਿੱਚ ਕੰਪਨੀ ਦੇ ਜਿਹੜੇ ਐਜੂਕੇਸ਼ਨਿਸਟ ਨੇ, ਜਿਹੜੇ ਅਕੈਡਮਿਕ ਦੇ ਇੰਚਾਰਜ ਨੇ, ਹਰੀਸ਼ ਰਾਵਲ ਜੀ, ਉਹ ਵੀ ਆ ਚੁੱਕੇ ਨੇ। ਉਹਨਾਂ ਨੇ ਪ੍ਰੋਪਰ ਟੀਚਰਸ ਦੀਆਂ ਡੈਮੋਜ਼ ਵੀ ਲਈਆਂ ਨੇ ਔਰ ਉਸ ਤੋਂ ਬਾਅਦ ਪ੍ਰੋਪਰ ਜਿਹੜੇ ਟੀਚਰ ਨੇ ਰਿਜ਼ਲਟ ਦਿੱਤੇ ਨੇ, ਐਨੂਅਲ ਰਿਜ਼ਲਟ ਵੀ ਅਸੀਂ ਦੇ ਚੁੱਕੇ ਹੈਗੇ ਆ ਬੱਚਿਆਂ ਦਾ, ਉਹ ਚੱਕ ਲਿਆ ਜਾਵੇ। ਮਤਲਬ ਟੀਚਰ ਹਰ ਇੱਕ ਕਹਿ ਲਓ ਪੁਆਇੰਟ ਦੇ ਉੱਤੇ ਆਪਣੇ ਆਪ ਨੂੰ ਸਾਬਿਤ ਕਰ ਰਿਹਾ ਹੈ। ਤਾਂ ਸਾਨੂੰ ਜਾਂ ਤਾਂ ਇਹ ਸਪਸ਼ਟੀਕਰਨ ਕੀਤਾ ਜਾਵੇ ਵੀ ਸਾਡੇ ਹੋਰ ਕਿਹੜੇ ਪੈਰਾਮੀਟਰ ਨੇ ਜਿਨ੍ਹਾਂ 'ਤੇ ਸਾਨੂੰ ਚੈੱਕ ਕਰਨਾ ਹੈ, ਸਾਨੂੰ ਉਹ ਪੈਰਾਮੀਟਰ ਭੇਜ ਦਿੱਤੇ ਜਾਣ, ਉਸ ਪੈਰਾਮੀਟਰ ਦੇ ਲਈ ਕੋਈ ਟੀਮ ਬਣਾ ਦਿੱਤੀ ਜਾਵੇ। ਹੁਣ ਪ੍ਰਿੰਸੀਪਲ ਸਰ ਨੂੰ ਇੱਕ ਮੇਲ ਪਾ ਦਿੱਤੀ ਗਈ, ਕਹਿੰਦੇ ਜੀ ਟੀਚਰਾਂ ਦਾ ਇੱਕ ਰੇਂਜ ਬਣਾ ਕੇ ਦਿਓ ਵੀ ਕਿਹੜਾ ਟੀਚਰ ਵਧੀਆ ਪਰਫਾਰਮ ਕਰ ਰਿਹਾ ਹੈ, ਕਿਹੜਾ ਵੈਰੀ ਗੁੱਡ ਹੈ, ਕਿਹੜਾ ਗੁੱਡ ਹੈ, ਕਿਹੜਾ ਐਕਸੀਲੈਂਟ ਹੈ, ਔਰ ਇਹਨਾਂ ਨੇ ਵੀ ਉਹ ਸਾਰਾ ਕੁਝ ਦੇ ਦਿੱਤਾ ਹੈ। ਪਰ ਹੁਣ ਸਾਨੂੰ ਇਹ ਨਹੀਂ ਸਮਝ ਆ ਰਿਹਾ ਵੀ ਹਲੇ ਕੀ ਰਹਿ ਗਿਆ ਟੀਚਰ ਨੂੰ ਚੈੱਕ ਕਰਨ ਵਾਲਾ, ਕਿਹੜਾ ਪੈਰਾਮੀਟਰ ਹੈ, ਜਾਂ ਤਾਂ ਉਹ ਵੀ ਅਪਲਾਈ ਕਰ ਲਿੱਤਾ ਜਾਵੇ, ਸਾਨੂੰ ਉਸ ਤੋਂ ਕੋਈ ਦੁਰਾਈ ਨਹੀਂ ਹੈ। ਹਰੇਕ ਟੀਚਰ ਆਪਣੇ ਕੰਮ ਪ੍ਰਤੀ ਇਮਾਨਦਾਰ ਹੈ, ਠੀਕ ਹੈ, ਹਰੇਕ ਪੈਰਾਮੀਟਰ ਨੂੰ ਉਹ ਕਲੀਅਰ ਕਰਨ ਨੂੰ ਅਸੀਂ ਤਿਆਰ ਹੈਗੇ ਹਾਂ। ਵਰਿੰਦਰ ਜੀ, ਟਾਰਗੇਟ ਕੀਤਾ ਜਾਂਦਾ ਜੇ ਕੋਈ ਟੀਚਰਾਂ ਦੇ ਹੱਕ 'ਚ ਬੋਲਦਾ? ਬਿਲਕੁਲ ਸਰ, ਇਹੀ ਹੈ ਕਿ ਅਸੀਂ ਇਹ ਕਹਾਂਗੇ ਟਾਰਗੇਟ ਤਾਂ ਕਿ ਅਸੀਂ ਕਹਾਂਗੇ ਵੀ ਨਾਦਰਸ਼ਾਹੀ ਫਰਮਾਨ ਹੈ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਹੈ। ਜੇ ਹੁਣ ਪ੍ਰਿੰਸੀਪਲ ਜਿਸ ਤਰ੍ਹਾਂ 2 ਟੀਚਰ ਨੂੰ ਨਿਸ਼ਾਨਾ ਬਣਾ ਕੇ 150 ਕਿਲੋਮੀਟਰ ਦੂਰ ਕਰਤਾ, ਹੁਣ ਪ੍ਰਿੰਸੀਪਲ ਤੁਹਾਡੇ ਨਾਲ ਖੜੇ ਨੇ ਜਾਂ SMC ਤੁਹਾਡੇ ਨਾਲ ਖੜੀ ਹੈ, ਜੇ ਕੱਲ ਨੂੰ ਜਿਹੜੀ ਕੰਪਨੀ ਹੈਗੀ ਪ੍ਰਿੰਸੀਪਲ ਦੇ ਇਕੱਲੇ ਦੇ ਖਿਲਾਫ ਕਾਰਵਾਈ ਕਰਦੀ ਹੈ ਜਾਂ SMC ਨੂੰ ਟਾਰਗੇਟ ਕਰਦੀ ਹੈ, ਤੁਹਾਡਾ ਕੀ ਸਟੈਂਡ ਹੋਊਗਾ ਟੀਚਰ? ਦੇਖੋ ਜੀ, ਸਟੈਂਡ ਇੰਨਾ ਕਹੇਗਾ, ਅਸੀਂ ਸੱਚ ਦੀ ਗੱਲ ਕਰਦੇ ਹਾਂ, ਜਿਹੜੀ ਗੱਲ ਸਹੀ ਹੈ ਉਹਦੇ ਲਈ ਇਕੱਲਾ ਮੈਂ ਜ਼ਿੰਮੇਵਾਰ ਨਹੀਂ, ਹਰੇਕ ਪਰਸਨ, ਠੀਕ ਹੈ। ਪੰਜਾਬ ਹੈ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ, ਅਸੀਂ ਸਿਰਫ ਸੱਚ ਦੀ ਗੱਲ ਕਰਾਂਗੇ। ਜਿਹੜਾ ਸੱਚ ਹੈ ਉਹਦੇ ਨਾਲ ਮੈਨੂੰ ਲੱਗਦਾ ਮੇਰੇ ਇਕੱਲੇ ਖੜਨ ਦੀ ਲੋੜ ਨਹੀਂ, ਸਾਰਾ ਪੰਜਾਬ ਨਾਲ ਖੜਾ ਹੈ, ਠੀਕ ਹੈ ਜੀ। ਜਿੱਥੇ ਗੱਲ ਸੱਚ ਦੀ ਆ ਗਈ ਉੱਥੇ ਕੀ ਇੱਕਾ ਦੁੱਕਾ ਬੰਦੇ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ। ਜਿਹੜੇ ਸੱਚ ਲਈ ਖੜਦੇ ਨੇ ਉਹ ਉੱਥੇ ਤਾਂ ਤੁਸੀਂ ਐਂ ਲਾ ਲਓ ਵੀ ਕਾਫਲਾ ਬਣਨ ਨੂੰ ਦੇਰ ਨਹੀਂ ਲੱਗਦੀ ਹੈ। ਯਾਨੀ ਕਿ ਤੁਸੀਂ ਇਹਨਾਂ ਦੇ ਨਾਲ ਹੋ? ਬਿਲਕੁਲ ਨਾਲ ਆ ਜੀ।
ਜਿਹੜੀ ਗੱਲ ਹੱਕ ਸੱਚ ਦੀ ਹੈ, ਦੇਖੋ ਅਸੀਂ ਸੱਚ ਦੀ ਡਿਮਾਂਡ ਕਰ ਰਹੇ ਹਾਂ। ਅਸੀਂ ਕੋਈ ਇਹ ਨਹੀਂ ਕਹਿ ਰਹੇ ਵੀ ਤੁਸੀਂ ਇੱਧਰੋਂ ਉੱਧਰੋਂ ਲਾ ਕੇ ਸਾਨੂੰ ਦੇ ਦਿਓ। ਜੋ ਰਿਟਨ ਕਮਿਟਮੈਂਟਸ ਹੋਈਆਂ ਨੇ ਸਿਰਫ ਅਸੀਂ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਕਰ ਰਹੇ ਹਾਂ ਵੀ ਤੁਸੀਂ ਰਿਟਨ ਪਹਿਲਾਂ ਸਾਨੂੰ ਦੇ ਚੁੱਕੇ ਹੋ, ਪਰ ਉਸ ਤੋਂ ਹੁਣ ਮੁੱਕਰ ਕਿਉਂ ਰਹੇ ਹੋ? ਜੇ ਟਾਲਮ ਟੋਲ ਐਂ ਰਹੀ ਅੱਗੇ ਦਾ ਕੀ ਤੁਹਾਡਾ ਹੈਗਾ? ਅੱਗੇ ਤਾਂ ਇਹੀ ਹੈ ਜੀ, ਫਿਰ ਤਾਂ ਸਾਰੇ ਸਟਾਫ ਵੱਲੋਂ ਹੁਣ ਦੇਖੋ ਆਉਣ ਵਾਲੇ ਸਮੇਂ 'ਚ ਹੁਣ ਸਕੂਲ ਹੈ ਜਿਹੜੇ ਮੇ ਵੀ ਹੋ ਸਕਦਾ ਸਰਕਾਰ ਵੱਲੋਂ ਅਗਲੇ ਮਹੀਨੇ ਸਕੂਲ ਖੋਲ੍ਹ ਦਿੱਤੇ ਜਾਣ, ਠੀਕ ਹੈ ਜੀ। ਪਰ ਸਾਡੇ ਵੱਲੋਂ ਦੇਖੋ ਬੱਚਿਆਂ ਦਾ ਕੋਈ ਕੰਮ ਬੰਦ ਨਹੀਂ ਕੀਤਾ ਗਿਆ, ਕੰਮ ਕਰਾਇਆ ਜਾ ਰਿਹਾ ਹੈ, ਆਨਲਾਈਨ ਕਲਾਸਿਸ ਲੱਗ ਰਹੀਆਂ ਨੇ, ਪ੍ਰੋਪਰ ਸਾਰਾ ਸ਼ਡਿਊਲ ਹੈ ਜਿਹੜਾ ਅਸੀਂ ਕਰ ਰਹੇ ਹਾਂ, ਕਿਉਂਕਿ ਅਸੀਂ ਬੱਚੇ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇਹਦੇ ਵਿੱਚ ਬੱਚਿਆਂ ਦਾ ਕੋਈ ਰੋਲ ਨਹੀਂ ਹੈਗਾ। ਪਰ ਜਿਹੜੀ ਮੇਨ ਗੱਲ ਹੈ ਵੀ ਟੀਚਰ ਤਬਕਾ, ਇੱਕ ਅਧਿਆਪਕ ਜਾਂ ਇੱਕ ਨਾਨ ਟੀਚਿੰਗ ਜਿਹੜਾ ਬੰਦਾ ਹੈ ਜਿਹੜਾ 5-10 ਹਜ਼ਾਰ ਦੀ ਤਨਖਾਹ ਦੇ ਉੱਤੇ ਨਿਰਭਰ ਹੈ, ਉਹ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚਲਾਏਗਾ? ਤਾਂ ਇਸ ਕਰਕੇ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਅੱਗੇ ਵੀ ਔਰ ਕੰਪਨੀ ਜਿਹੜੀ ਮੈਨੇਜਮੈਂਟ ਹੈਗੀ ਐਡੂਸਪਾਰਕ ਉਹਦੇ ਅੱਗੇ ਵੀ ਇਹਨਾਂ ਮੰਗਾਂ ਨੂੰ ਤੁਰੰਤ ਧਿਆਨ 'ਚ ਰੱਖ ਕੇ ਸਹੀ ਨਹੀਂ ਮੰਨੀਆਂ ਜਾਂਦੀਆਂ। ਜੇ ਟਾਲਮ ਟੋਲ 6 ਮਹੀਨੇ ਲੰਘ ਗਏ ਤੁਹਾਡਾ ਅਗਲਾ ਸਟੈਪ ਸਰ ਜੋ ਸਾਡੀ ਕਮੇਟੀ ਹੈ ਉਹ ਜੋ ਡਿਸੀਜਨ ਲਏਗੀ ਉਹਦੇ ਮੁਤਾਬਿਕ ਹੀ ਕਰਿਆ ਜਾਏਗਾ। ਕੋਈ ਰਿਟਰਨ ਆਰਡਰ ਸਰ ਹੈ ਆਪਣੇ ਪਾਸ ਜਿਹੜਾ ਮੈਨੇਜਮੈਂਟ ਵੱਲੋਂ ਕੋਈ ਆਇਆ ਹੋਵੇ? ਜਿਹੜੀ ਇੰਕਰੀਮੈਂਟ ਦਾ ਰਿਟਨ ਸਾਡੇ ਕੋਲੇ ਲੈਟਰ ਨੇ ਜੀ, ਆ ਦਿਖਾਏ ਸਰ। ਯਾਨੀ ਕਿ ਉਹਨਾਂ ਨੂੰ ਮੰਨ ਨਹੀਂ ਰਹੇ। ਆ ਦੇਖੋ ਜੀ ਤੁਹਾਡੇ ਸਾਹਮਣੇ ਨੇ ਇਹ ਲੈਟਰ, ਈਵਨ ਕਿ ਮੈਂ ਕਹੂੰਗਾ ਤੁਸੀਂ ਜ਼ੂਮ ਕਰਕੇ ਇਹਨਾਂ ਨੂੰ ਸਕੈਨ ਵੀ ਕਰ ਲਓ। ਹਾਂਜੀ ਠੀਕ ਹੈ ਨਾ, ਇਹ ਲੈਟਰ ਨੇ ਜੀ ਜੋ ਕੰਪਨੀ ਨੇ ਹੀ ਕੱਢੇ ਹੋਏ ਨੇ, ਇਹ ਕੋਈ ਅਸੀਂ ਘਰੇ ਨਹੀਂ ਬਣਾਏ ਹੈਗੇ ਜਾਂ ਸਕੂਲ 'ਚ ਨਹੀਂ ਬਣਾਏ ਹੋਏ, ਇਹ ਕੰਪਨੀ ਦੇ ਹੀ ਸਾਨੂੰ ਦਿੱਤੇ ਹੋਏ ਲੈਟਰ ਨੇ। ਮਤਲਬ ਆਪਦੇ ਲੈਟਰ ਮੱਖਣ ਸਿੰਘ ਜੀ। ਹਾਂਜੀ, ਤੁਸੀਂ ਡੈਜ਼ਿਗਨੇਸ਼ਨ ਤੁਹਾਡੇ ਕੋਲ ਕੀ ਹੈ ਜੀ? ਇਹ ਮੈਂ ਨਾ ਉਰੇ ਇੱਕ ਵਾਈਸ ਚੇਅਰਮੈਨ ਹੈ ਜੀ ਐਸਐਮਸੀ ਕਮੇਟੀ ਦਾ ਤੇ ਪੰਚਾਇਤ ਦਾ। ਇਸ ਇਸ਼ੂ ਬਾਰੇ ਕੀ ਕਹੋਗੇ? ਇਸ਼ੂ ਤਾਂ ਸਰ ਇਹ ਕੰਪਨੀ ਨਹੀਂ ਖੜਾ ਕਰਿਆਗਾ ਜੀ, ਠੀਕ ਆ। ਇਹਨਾਂ ਨੂੰ ਇੰਕਰੀਮੈਂਟ ਵਗੈਰਾ ਲਾਇਆ ਸੀ ਜਿਹੜਾ ਇਹਨਾਂ ਨੇ ਦਿਖਾਇਆ ਤੁਹਾਨੂੰ ਵਰਿੰਦਰ ਸਰ ਨੇ ਦੱਸੀਗਾ, ਉਹ ਨਹੀਂ ਲਾਗੂ ਕਰ ਰਹੇ। ਤੇ ਇੱਕ ਇਹਨਾਂ ਨੂੰ 10-12 ਹਜ਼ਾਰ ਦੇ ਵਿੱਚ ਤੁਸੀਂ ਐਂ ਦੱਸੋ ਵੀ 150 ਕਿਲੋਮੀਟਰ ਕਿਹੜਾ ਟੀਚਰ ਜਾਊਗਾ? ਅਸੀਂ ਨੇ ਵੀ ਆਪਦੇ ਵੱਲੋਂ ਬਹੁਤ ਜ਼ੋਰ ਲਾਇਆ ਵੀ ਇਹਨਾਂ ਦੀਆਂ ਜਿਹੜੀਆਂ ਬਦਲੀਆਂ ਕਰੀਆਂ ਨੇ ਇਹਨਾਂ ਨੂੰ ਰੱਦ ਕਰ ਦਿਓ। ਕੰਪਨੀ ਕਿਸੇ ਵੀ ਗੱਲ ਤੇ ਨਹੀਂ ਆ ਰਹੀ ਜੀ। ਸਰ ਤੁਸੀਂ ਸਰਕਾਰ ਤੋਂ ਸਰਕਾਰ ਲਵੇ ਕੋਈ ਮੰਤਰੀ ਸਾਹਿਬ ਲਈ ਜਾਂ ਡੀਓ ਲਵੇ ਪੱਖ ਰੱਖਿਆ ਵੀ ਜੀ ਟੀਚਰਾਂ ਦੀ? ਰੱਖਿਆ ਸਰ ਜੀ, ਰੱਖਿਆਗਾ। ਉਹ ਤੇ ਛਾਣਬੀਨ ਚੱਲ ਰਹੀ ਹੈ ਜੀ, ਦੇਖੋ ਜੀ ਕੀ ਕਹਿੰਦੇ ਨੇ ਇਸ ਮਾਮਲੇ 'ਚ। ਹਾਂਜੀ ਯਾਨੀ ਕਿ ਉਹਨਾਂ ਨੇ ਵੀ ਕੋਈ ਫੈਸਲਾ ਨਹੀਂ ਲਿਆ? ਹਾਂਜੀ, ਉਹ ਕਹਿੰਦੇ ਵੀ ਛਾਣਬੀਨ ਕਰਦੇ ਆ, ਉਸ ਤੋਂ ਬਾਅਦ ਦੱਸਾਂਗੇ। ਮਤਲਬ ਤੁਹਾਨੂੰ ਵੀ ਇਹ ਲੱਗ ਰਿਹਾ ਕਿ ਇਹਨਾਂ ਦਾ ਟੀਚਰ ਨਾਲ ਧੱਕਾ ਹੋ ਰਿਹਾ? ਧੱਕਾ ਤਾਂ ਹੋ ਹੀ ਰਿਹਾ ਜੀ, ਇਹ ਗੱਲ ਤਾਂ ਦੋ ਰਵਾਂ ਧੱਕਾ ਤਾਂ ਹੋ ਹੀ ਰਿਹਾ ਬਿਲਕੁਲ। ਟੀਚਰਸ ਵੱਲੋਂ ਪ੍ਰਿੰਸੀਪਲ ਦੇ ਰੂਮ ਨੂੰ 2 ਲੋਕ ਲਾਏ ਹੋਏ ਨੇ, ਜਿੰਦੇ ਲਾਏ ਹੋਏ ਨੇ, ਉਹਦੇ ਬਾਰੇ ਕੀ ਕਹੋਗੇ? ਉਹ ਸਰ ਪਤਾ ਕੀ ਗੱਲ ਆ, ਉਹ ਪ੍ਰਿੰਸੀਪਲ ਦੇ ਲੋਕ ਨਹੀਂ ਹੈਗੇ, ਉਹ ਕੰਪਨੀ ਦਾ ਕੰਮ ਆ ਜਿਹੜਾ ਕੰਪਨੀ ਦਾ। ਮੰਨ ਲਓ ਵੀ ਇੱਥੇ ਟੀਚਰ ਧਰਨੇ 'ਤੇ ਬੈਠੇ ਨੇ, ਠੀਕ ਆ ਨਾ, ਟੀਚਰ ਧਰਨੇ 'ਤੇ ਬੈਠੇ ਰਹਿਣਗੇ 6 ਮਹੀਨੇ ਨੇ ਇਹਨਾਂ ਨੂੰ। ਉਹਨਾਂ ਨੇ ਕੰਪਨੀ ਨੇ ਕਹਿ ਵੀ ਦਿੱਤਾ ਸੀ ਇਹ ਗੱਲ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ ਕੰਪਨੀ ਦਾ ਕੰਮ ਰੁਕੂਗਾ, ਠੀਕ ਹੈ ਨਾ, ਉਹ ਫੇਰ ਇੱਥੇ ਆਉਣਗੇ, ਫਿਰ ਸਾਡੇ ਨਾਲ ਗੱਲਬਾਤ ਕਰਨਗੇ। ਉਹ ਕੰਪਨੀ ਦੇ ਕੰਮਕਾਰ ਨੂੰ ਲੋਕ ਲਾਏ ਨੇ, ਨਾ ਕਿ ਪ੍ਰਿੰਸੀਪਲ ਨੂੰ ਲਾਏ। ਕੀ ਹੁਣ ਕਮੇਟੀ ਵੱਲੋਂ ਜਿਹੜਾ ਸਕੂਲ ਵੱਲੋਂ ਕੰਪਨੀ ਦਾ ਕੰਮ ਰੁਕਿਆ ਹੋਇਆ? ਬਿਲਕੁਲ ਓਕੇ ਹੈ ਜੀ। ਮੱਖਣ ਜੀ, ਜੇ ਕੋਈ ਐਕਸ਼ਨ ਹੁੰਦਾ ਟੀਚਰਾਂ ਦੇ ਖਿਲਾਫ ਜਾਂ ਪ੍ਰਿੰਸੀਪਲ ਦੇ ਖਿਲਾਫ ਤਾਂ ਐਸਐਮਸੀ ਦਾ ਕੀ ਸਟੈਂਡ ਹੋਊਗਾ? ਇਹਨਾਂ ਦੇ ਨਾਲ ਆ ਜੀ ਅਸੀਂ, ਜਿੱਦਾਂ ਦਾ ਇਹਨਾਂ ਦੇ ਹੋਊਗਾ ਸਟੈਂਡ ਸਾਡੇ ਤੇ ਕਰ ਦੇਖੋ, ਨਾਲ ਖੜੋਗੇ ਪ੍ਰਿੰਸੀਪਲ? ਬਿਲਕੁਲ ਖੜਾਂਗੇ ਜੀ, ਬਿਲਕੁਲ। ਹਾਂਜੀ ਸਰ, ਨਾਮ ਤੋਂ ਸ਼ੁਰੂ ਕਰਾਂਗੇ। ਸਰ ਕੀ ਨਾਮ ਹੈ ਤੁਹਾਡਾ? ਵੇਦਵਰਤ, ਪ੍ਰਿੰਸੀਪਲ ਅਦਰ ਸੀਨੀਅਰ ਸੈਕੰਡਰੀ ਸਕੂਲ ਬਲਦਪੁਰ। ਸਰ ਹੁਣ ਕੀ ਇਸ਼ੂ ਹੈ? ਇਸ਼ੂ ਇਸ ਤਰ੍ਹਾਂ ਜੀ, 4 ਫਰਵਰੀ 2020 ਐਜੂਸਪਾਰਕ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੇ ਸਕੂਲ ਟੇਕ ਓਵਰ ਕੀਤਾ PEDB ਤੋਂ। ਮੇਰੀ ਜੁਆਇਨਿੰਗ ਹੋਈ ਹੈ ਜੀ 16 ਸਤੰਬਰ 2020 ਦਾ ਡੇ ਆਈ ਜੁਆਇਨ। ਜਿਸ ਦਿਨ ਮੈਂ ਇੱਥੇ ਜੁਆਇਨ ਕੀਤਾ ਤੇ ਪਹਿਲਾਂ ਇਹ ਸੀਗਾ ਕਿ ਕਿਸੇ ਵੀ ਟੀਚਰ ਨੇ ਅਪਾਇੰਟਮੈਂਟ ਲੈਟਰ ਸਾਈਨ ਨਹੀਂ ਕੀਤੇ ਸੀ। ਮੈਨੂੰ ਬਿਲਕੁਲ ਬਰੀਫ ਕੀਤਾ ਗਿਆ ਅਪਾਇੰਟਮੈਂਟ ਲੈਟਰਸ ਦੇ ਬਾਰੇ ਕਿ ਜੇ ਅਪਾਇੰਟਮੈਂਟ ਲੈਟਰਸ ਹੈਗੇ ਅਸੀਂ ਟੀਚਰਾਂ ਨੂੰ ਦੇਣੇ ਆ, ਸਾਈਨ ਕਰਾਣੇ ਆ। ਮੈਂ ਬਿਲਕੁਲ ਨਵਾਂ ਸੀ ਸਿਸਟਮ 'ਚ। ਮਿਸਟਰ ਅਨੁਰਾਗ ਗੁਪਤਾ ਐਜੂਸਪਾਰਕ ਦੇ CEO ਤੇ 2-4 ਹੋਰ ਡੈਜ਼ਿਗਨੇਟਡ ਪਰਸਨ ਸੀਗੇ ਉੱਥੇ। ਉਹਨਾਂ ਨੇ ਮੈਨੂੰ ਕਿਹਾ ਕਿ ਜੀ ਆਪਾਂ ਇਹ ਕਰਨੇ ਆ। ਮੈਂ ਕਿਹਾ ਜੀ ਮੈਨੂੰ ਥੋੜ੍ਹਾ ਬਹੁਤ ਦੱਸਿਆ ਜਾਵੇ ਕਿ ਇਹ ਕੀ ਇਹਨਾਂ ਦੀ ਸੈਲਰੀ। ਮੈਂ ਟੀਚਰਸ ਨਾਲ ਡਿਸਕਸ ਕੀਤਾ, ਉਹ ਕਹਿੰਦੇ ਟੀਚਰਸ ਕਿ ਜੀ ਸਾਨੂੰ ਸੈਲਰੀ ਦਾ ਦੇਰ ਇਜ਼ ਸਮ ਇਸ਼ੂ ਆਫ ਦਾ ਸੈਲਰੀ। ਮੈਨੂੰ ਅਨੁਰਾਗ ਜੀ ਔਨ ਦਾ ਰਿਕਾਰਡ ਮੈਂ ਗੱਲ ਕਰ ਰਿਹਾ, ਅਨੁਰਾਗ ਜੀ ਨੇ ਇਹ ਗੱਲ ਕਹੀ ਕਿ ਅਸੀਂ ਇੱਕਦਮ 50-50, 60-60, 70-70% ਸੈਲਰੀ ਨਹੀਂ ਵਧਾ ਸਕਦੇ। ਇਸ ਸਾਲ ਅਸੀਂ 25 ਤੋਂ 30% ਦੇ ਰਹੇ ਹਾਂ, ਜਿਹੜੀ ਪਿਛਲੇ ਸਾਲ ਦਿੱਤੀ ਵੀ ਹੈ, ਹਾਈਕ ਦਿੱਤਾ ਹੈ। ਪਲੱਸ ਅਸੀਂ ਅਸ਼ੋਰ ਕਰਦੇ ਹਾਂ ਟੀਚਰਸ ਨੂੰ ਦੈਟ ਨੈਕਸਟ ਈਅਰ ਅਸੀਂ ਇਸ ਤੋਂ ਜ਼ਿਆਦਾ ਹੀ ਇਨਕਰੀਮੈਂਟ ਦੇਵਾਂਗੇ। ਠੀਕ ਹੈ, ਵਿਦ ਦਿਸ ਅਸ਼ੋਰੈਂਸ ਮੇਰੇ ਟੀਚਰਸ ਨੇ ਜਿਹੜੇ ਮੇਰੀ ਇਸ ਵੇਲੇ ਸਟਰੈਂਥ ਬਣੇ ਹੋਏ ਹੈ, ਉਹਨਾਂ ਨੇ ਸਾਈਨ ਕਰਤੇ। ਔਰ ਜਦੋਂ ਉਹਨਾਂ ਨੇ ਇੱਕ ਹੋਪ ਰੱਖੀ ਟੀਚਰਸ ਨੇ ਕਿ ਜੀ ਜੁਲਾਈ ਦੇ ਵਿੱਚ ਕਿਸੇ ਦਾ 40% ਹੈ। ਹੁਣ ਮੈਂ ਤੁਹਾਨੂੰ ਜੇ ਦਿਖਾਵਾਂ, ਇੱਕ ਟੀਚਰ ਹੈ 35% ਇਨਕਰੀਮੈਂਟ ਉਹਨੂੰ ਦਿੱਤਾ ਗਿਆ ਜੀ। ਟੀਚਰ ਨੇ ਇੱਕ ਸਿਸਟਮ ਬਣਾਇਆ ਹੋਇਆ ਕਿ ਮੈਨੂੰ ਜੂਨ ਪੇਡ ਇਨ ਜੁਲਾਈ ਮੈਨੂੰ 35% ਇਨਕਰੀਮੈਂਟ ਮਿਲੇਗਾ ਔਰ ਮੈਂ ਕੁਝ ਹੋਰ ਸਿਸਟਮ ਆਪਣਾ ਸੈੱਟ ਕਰ ਲਾਂਗਾ, ਇਨਵੈਸਟਮੈਂਟ ਕਰਾਂਗਾ, ਇਹ ਵੀ ABC ਜੋ ਵੀ ਹੈ।
ਇਸ ਮੈਟਰ ਨੂੰ ਫੋਲੋ ਕਰਨ ਦੇ ਲਈ ਮੈਂ ਮਾਰਚ ਮਹੀਨੇ ਤੋਂ ਹੀ ਕੰਪਨੀ ਦੇ ਨਾਲ ਫੋਲੋ ਅਪ ਸ਼ੁਰੂ ਕਰਤਾ। ਉਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਇਹ ਬਣਾਉਣਾ, ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ। ਮੈਂ ਕਲੀਅਰ ਕੱਟ ਉਹਨਾਂ ਨੂੰ, ਜਿਹੜੇ ਸਾਡੇ ਅਕੈਡਮਿਕ ਇੰਚਾਰਜ ਹੈ, ਮੇਰੇ ਰਿਪੋਰਟਿੰਗ ਮੈਨੇਜਰ ਹੈ, ਮੈਂ ਉਹਨਾਂ ਨੂੰ ਕਿਹਾ ਸਰ ਤੁਸੀਂ ਜੋ ਕਰਨਾ ਕਰੋ, ਮੈਨੂੰ ਕੋਈ ਪ੍ਰੋਬਲਮ ਨਹੀਂ। ਇੱਕ ਚੀਜ਼ ਮਾਈਂਡ 'ਚ ਰੱਖੋ ਕਿ ਅਸੀਂ ਇਹਨਾਂ ਨੂੰ ਆਹ ਵਾਲੇ ਇਨਕਰੀਮੈਂਟ ਲੈਟਰਸ ਦਿੱਤੇ ਹੋਏ ਨੇ। ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖ ਲਾਂਗੇ। ਪਰਿਵਾਰ ਹੈ ਜੀ ਮੇਰਾ, ਪਿੱਛੇ ਜਿੰਨਾ ਵੀ ਬੈਠਾ ਸਾਰਾ ਮੇਰਾ ਪਰਿਵਾਰ ਹੈ, ਮੈਂ ਇਹਨਾਂ ਦਾ ਹੈੱਡ। ਤੇ ਜੇ ਇਹਨਾਂ ਨੂੰ ਕੋਈ ਤਕਲੀਫ ਹੋਏਗੀ ਡੈਫੀਨੇਟਲੀ ਇਹਨਾਂ ਨੇ ਮੇਰੇ ਕੋਲ ਆਉਣਾ। ਇਹ ਮੇਰੇ ਕੋਲ ਆਏ ਬੜੇ ਪੋਲਾਈਟਨੈਸ ਨਾਲ, ਮੇਰੇ ਨਾਲ ਕੋਈ ਬਦਤਮੀਜ਼ੀ ਨਾ ਅੱਜ ਤੱਕ ਕੀਤੀ ਹੈ। ਤੇ ਜਦੋਂ ਇਹਨਾਂ ਨੇ ਮੇਰੇ ਨਾਲ ਡਿਸਕਸ ਕੀਤਾ, ਮੈਂ ਕਿਹਾ ਜੀ ਮੈਂ ਤੁਹਾਡਾ ਪੱਖ ਉਸੇ ਵੇਲੇ ਕੰਪਨੀ ਨਾਲ ਰੱਖਦਾ। ਕੰਪਨੀ ਕਹਿੰਦੀ ਕੋਈ ਗੱਲ ਨਹੀਂ, ਅਸੀਂ ਟਾਲ ਮਟੋਲ ਕਰਦੇ ਰਹੇ। ਸਰ ਜਦੋਂ ਜਿੰਦਾ ਲੱਗਿਆ ਤੁਸੀਂ ਆਪਦੇ ਆਪ ਬਾਹਰ ਆ ਗਏ? ਮੈਂ ਐਕਚੁਅਲੀ ਲਗਾ ਲਓ ਦਫ਼ਤਰ ਨੂੰ। ਮੈਂ ਗਿਆ ਸੀ ਕਿਸੇ ਆਫੀਸ਼ੀਅਲ ਕੰਮ 'ਚ, ਪਿੱਛੋਂ ਜਿੰਦਾ ਲਾ ਦਿਓ। ਪਿੱਛੋਂ ਜਿੰਦਾ ਲੱਗ ਗਿਆ ਔਰ ਮੈਂ ਉਸ ਚੀਜ਼ ਨੂੰ ਇੱਕ ਵਾਰੀ ਕਿਹਾ ਕਿ ਜਿੰਦਾ ਖੋਲ ਦਿਓ। ਅਗਲੇ ਕਹਿੰਦੇ ਸਰ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਸੀਂ ਸੱਚ ਦੇ ਨਾਲ ਖੜੇ ਹੋ। ਮੈਂ ਸਟਾਫ ਨਾਲ ਸਰ ਖੜਾ ਹੋਵਾਂ ਨਾ ਹੋਵਾਂ, ਮੈਂ ਐਸਐਮਸੀ ਦੇ ਨਾਲ ਖੜਾ ਹੋਵਾਂ ਨਾ ਹੋਵਾਂ, ਮੈਂ ਆਪਣੇ ਸੱਚ ਦੇ ਨਾਲ ਖੜਾ। ਸਰ ਕੰਪਨੀ ਅਥਾਰਟੀਜ਼ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਡਿਸਪਲਿਨ 'ਚ ਨਹੀਂ ਹੈਗੇ, ਕੁਝ ਟੀਚਰਸ ਐਸੇ ਨੇ ਵੀ ਉਹ ਡਿਸਪਲਿਨ 'ਚ ਨਹੀਂ ਹੈਗੇ। ਤੁਹਾਨੂੰ ਕੀ ਲੱਗਦਾ ਕਿ ਵੀ ਉਹਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ? ਸਰ ਮੈਨੂੰ ਜਿਹੜਾ ਟੀਚਰ ਡਿਸਪਲਿਨ 'ਚ ਨਹੀਂ ਹੈ, ਮੇਰੀ ਕੰਪਨੀ ਮੈਨੂੰ ਕਵੇ ਕਿ ਜੀ ਇਹ ਡਿਸਪਲਿਨ 'ਚ ਨਹੀਂ ਹੈ, ਮੈਂ ਉਸ ਚੀਜ਼ ਨੂੰ ਇਨਕੁਆਇਰ ਕਰਾਂਗਾ ਔਰ ਉਹਨੂੰ ਉਸੇ ਵੇਲੇ ਮੈਂ ਟਰਮੀਨੇਟ ਕਰ ਦਾਂਗਾ, ਲੇਕਿਨ ਮੇਰੇ ਪੈਰਾਮੀਟਰਸ ਦੇ ਹਿਸਾਬ ਨਾਲ ਮੈਨੂੰ ਵੀ ਕੁਝ ਸਮਝਿਆ ਜਾਵੇ। ਸਹੀ ਹੈ। ਮੇਰੇ ਸਕੂਲ ਦੇ ਵਿੱਚ ਬਿਲਕੁਲ ਸਭ ਕੁਝ ਸਮੂਥ। ਮੈਂ ਸੈਪਟੈਂਬਰ ਤੋਂ ਸ਼ੁਰੂ ਕੀਤਾ ਜੀ, ਫੈਬਰਰੀ, ਮਾਰਚ ਤੱਕ, ਅਪ੍ਰੈਲ ਤੱਕ, ਮਈ ਤੱਕ ਸਕੂਲ ਇੰਨਾ ਕੁ ਵਧੀਆ ਚੱਲਿਆ। 1570 ਤੋਂ ਸ਼ੁਰੂ ਹੋ ਕੇ ਇਸ ਵੇਲੇ ਮੇਰੀ ਸਟਰੈਂਥ ਸਕੂਲ ਦੀ 1950 ਜਾ ਚੁੱਕੀ ਹੈ, ਵਿਚ ਇਜ਼ ਅ ਰਿਕਾਰਡ। ਉਹ ਮੈਂ ਨਹੀਂ ਕੀਤਾ, ਮੇਰੇ ਟੀਚਰਾਂ ਨੇ ਮਿਹਨਤ ਕੀਤੀ ਹੈ। ਤੇ ਜੇ ਅੱਜ ਮੇਰੇ ਟੀਚਰਸ ਨੂੰ ਉਹਨਾਂ ਦਾ ਹੱਕ ਨਹੀਂ ਮਿਲੇਗਾ ਤੇ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਮੈਂ ਇੱਥੇ ਭੁੱਖ ਹੜਤਾਲ ਤੇ ਬੈਠਾ ਜੀ, ਜਦੋਂ ਤੱਕ ਮੇਰੀ ਕੰਪਨੀ ਵਾਲਾ ਕੋਈ ਬੰਦਾ, ਕੋਈ ਡਿਸੀਜਨ ਵਾਲਾ ਨਹੀਂ ਆਂਦਾ, ਜਦੋਂ ਵੀ ਕੋਈ ਨਹੀਂ ਆਂਦਾ, ਜਦੋਂ ਤੱਕ ਮੇਰੇ ਟੀਚਰਸ ਦਾ ਮਸਲਾ ਸੋਲਵ ਨਹੀਂ ਹੁੰਦਾ, ਮੈਂ ਇੱਥੇ ਬੈਠਾ। ਜੇ ਮੈਨੂੰ ਕੁਝ ਹੋ ਗਿਆ, ਜੇ ਮੇਰੇ ਪਰਿਵਾਰ ਨੂੰ ਕੁਝ ਹੋ ਗਿਆ ਤੇ ਤੁਸੀਂ ਜਾਣਦੇ ਹੋ ਕਿ ਇਹਦਾ ਜ਼ਿੰਮੇਵਾਰ ਕੌਣ ਹੈ। ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਹਿਣਾ ਵਾਂ ਕਿ ਜੇ ਭੁੱਖ ਹੜਤਾਲ ਤੋੜਾਣੀ ਹੋਏਗੀ, ਮੇਰੇ ਕੋਲ ਕੋਈ ਨਾ ਆਵੇ, ਮੇਰੇ ਕੋਲ ਸਿਰਫ ਮੇਰਾ ਕੰਪਨੀ ਦਾ ਬੰਦਾ ਆਏ, ਮੈਨੂੰ ਡਿਸੀਜਨ ਦੇਵੇ। ਸਰ ਜਿਹੜੇ 2 ਟੀਚਰ ਨੇ ਉਹਨਾਂ ਦੀ ਜਿਹੜੀ ਟ੍ਰਾਂਸਫਰ ਦੇ ਆਰਡਰ ਨੇ ਉਹਨਾਂ ਬਾਰੇ ਕੀ ਕਹੋਗੇ? ਸਰ ਟ੍ਰਾਂਸਫਰ ਨਾ ਮੈਂ ਕੀਤੀ ਹੈ ਤੇ ਨਾ ਮੈਂ ਇਹਨਾਂ ਨੂੰ ਰਿਲੀਵ ਕੀਤਾ। ਸਰ ਰਿਪੋਰਟਸ ਜਿਹੜੀਆਂ ਮੈਨੇਜਮੈਂਟ ਵੱਲੋਂ ਕਹੀਆਂ ਜਾ ਰਿਹਾ ਕਿ ਤੁਹਾਡੇ ਵੱਲੋਂ ਪਰਫਾਰਮੈਂਸ ਰਿਪੋਰਟ ਕੋਈ ਭੇਜੀ ਗਈ ਹੈ, ਕੀ ਪਰਫਾਰਮੈਂਸ? ਕੁਛ ਨਹੀਂ ਹੈ ਸਰ, ਪਰਫਾਰਮੈਂਸ ਤੁਸੀਂ ਇੱਕ ਚੀਜ਼ ਦੇਖੋ ਕਿ ਇੱਕ 100 ਟੀਚਰਸ ਨੂੰ ਜੱਜ ਕਰਨ ਲਈ ਕਿੰਨੇ ਦਿਨ ਚਾਹੀਦੇ? ਘੱਟੋ ਘੱਟ ਸਾਲ ਚਾਹੀਦਾ। ਨਵੰਬਰ 'ਚ ਕਲਾਸਾਂ ਲੱਗੀਆਂ, ਉਹ ਵੀ 9ਵੀਂ ਤੋਂ 12ਵੀਂ। ਜਨਵਰੀ ਐਂਡ 'ਚ ਬਾਕੀ ਕਲਾਸਾਂ ਲੱਗੀਆਂ, ਫਰਵਰੀ 'ਚ ਅਸੀਂ ਪੇਪਰ ਲੈ ਲਏ। ਮੈਂ ਇਹਨਾਂ ਨੂੰ ਕਦੋਂ ਜੱਜ ਕਰਾਂ? ਸਾਡੇ ਅਕੈਡਮਿਕ ਹੈੱਡ ਆਪਰੇਸ਼ਨਸ ਹਰੀਸ਼ ਰਾਵਲ ਜੀ ਆਏ 5 ਦਸੰਬਰ ਨੂੰ ਇੱਥੇ, ਉਹਨਾਂ ਨੇ ਕੱਲੇ ਟੀਚਰ ਦਾ ਡੈਮੋ ਲਿਆ, ਕੱਲੇ ਟੀਚਰ ਦੇ ਸਿਗਨੇਚਰਸ ਲਏ। ਉਸ ਤੋਂ ਬਾਅਦ ਤੁਸੀਂ ਹੋਰ ਕਿਸ ਤਰ੍ਹਾਂ ਇਹਨਾਂ ਨੂੰ ਜੱਜ ਕਰਨਾ? ਮੈਨੂੰ ਜੱਜ ਕਰ ਲੈਣ ਦਿਓ, ਮੈਨੂੰ 1 ਸਾਲ ਦਾ ਟਾਈਮ ਦਿਓ। ਸਰ ਜੇ ਜੱਜ ਕਰਨਾ ਹੁੰਦਾ ਕੰਪਨੀ ਨੇ, ਆਹ ਲੈਟਰ ਕਿਉਂ ਦਿੱਤੇ ਉਹਨਾਂ ਨੇ? ਮੈਂ ਇਸ ਲੈਟਰ ਨੂੰ ਪਾੜ ਦੇਣਾ ਵਾ, ਉਹਨੂੰ ਮੈਨੂੰ ਮੁਕਰ ਜਾਣੋ ਕਿ ਜੇ ਅਸੀਂ ਇਹਨੂੰ ਨਹੀਂ ਮੰਨਦੇ, ਮੈਂ ਆਪਣੇ ਟੀਚਰਸ ਦੇ ਨਾਲ ਖੜਾ ਹਾਂ। ਸਰ ਜਦੋਂ ਹਰੀਸ਼ ਰਾਵਲ ਇੱਥੇ ਆਏ 2 ਟੀਚਰਸ ਨੂੰ ਉਹਨਾਂ ਨੇ ਹਰਾਸ ਕੀਤਾ ਗਿਆ, ਕੰਪਲੇਂਟ ਵੀ ਦਰਜ ਕੀਤੀ ਹੋਈ ਹੈ, ਉਹਦੇ ਬਾਰੇ? ਸਰ ਉਹਦੀ ਇਨਕੁਆਇਰੀ ਚੱਲ ਰਹੀ ਹੈ। ਮੈਡਮ ਤਰਵਿੰਦਰ ਕੌਰ ਹੈਗੀ ਆ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਭਵਾਨੀਗੜ੍ਹ ਦੇ, ਉਹਨਾਂ ਦੇ ਮੈਂ ਸੰਗਿਆਨ 'ਚ ਇਹ ਚੀਜ਼ ਹੈਗੀ ਹੈ। ਸਰ ਕੀ ਲੱਗਦਾ ਸਿਆਸੀ ਦਬਾਅ ਵੀ ਹੈਗਾ ਕੁਝ? ਸਰ ਮੈਂ ਨਹੀਂ ਕਹਿ ਸਕਦਾ, ਮੇਰੇ ਤੇ ਕੋਈ ਦਬਾਅ ਨਹੀਂ ਹੈ ਔਰ ਮੈਂ ਨਾ ਦਬਾਅ ਸਮਾਂਗਾ। ਮੈਂ ਆਈ ਐਮ ਅ ਪਰਸਨ ਆਫ ਮਾਈ ਐਥਿਕਸ। ਮੇਰੇ ਤੇ ਕੋਈ ਦਬਾਅ ਆਏਗਾ, ਮੇਰਾ ਸਟਾਫ ਮੇਰੇ ਨਾਲ ਖੜਾ ਹੋਵੇ ਨਾ ਹੋਵੇ, ਮੇਰਾ ਪਰਮਾਤਮਾ ਮੇਰੇ ਨਾਲ ਖੜਾ ਹੈ, ਮੈਂ ਉਸੇ ਵੇਲੇ ਰਿਜ਼ਾਈਨ ਕਰਕੇ ਮੈਂ ਚਲਾ ਜਾਵਾਂਗਾ, ਲੇਕਿਨ ਮੈਂ ਆਪਣੇ ਟੀਚਰਸ ਦੇ ਹੱਕ ਨਹੀਂ ਛੱਡਣ ਦੇਵਾਂਗਾ। ਹੁਣ ਸਕੂਲ ਤੇ ਸਾਰੀ ਕਮੇਟੀ ਕੰਪਨੀ ਦੇ ਖਿਲਾਫ ਆ। ਦੇਖੋ ਜੀ ਤੁਹਾਡੇ ਸਾਹਮਣੇ ਐਸਐਮਸੀ ਦੇ ਵਾਈਸ ਚੇਅਰਮੈਨ ਸਾਹਿਬ ਹੈਗੇ ਆ, ਇਹਨਾਂ ਨੇ ਜੋ ਆਪਣਾ ਕਮੈਂਟ ਦੇਣਾ ਸੀ ਦੇਤਾ। ਸਰ ਤੁਸੀਂ ਮੈਨੇਜਮੈਂਟ ਦਾ ਪਾਰਟ ਹੋ ਇੱਕ ਨਾ? ਬਿਲਕੁਲ ਸਰ, ਮੈਨੇਜਮੈਂਟ ਦਾ ਪਾਰਟ ਆ। ਤੁਹਾਡੀ ਸੁਣਵਾਈ ਨਹੀਂ ਹੋਈ? ਹਾਂਜੀ, ਇਸ ਮਾਮਲੇ ਦੇ ਵਿੱਚ ਮੈਂ ਪਿਛਲੇ 5 ਦਿਨਾਂ ਤੋਂ ਲਗਾਤਾਰ ਮੈਸੇਜ ਕਰ ਰਿਹਾ ਹਾਂ, ਮੈਂ ਮੇਲ ਤੇ ਮੇਲ ਕਰ ਰਿਹਾ ਹਾਂ। ਉਹ ਕਹਿੰਦੇ, ਮੈਂ ਪਰਸੋਂ ਦੇ ਮੇਲ ਕੀਤੀ ਇੱਕ ਸੈਟਰਡੇ ਨੂੰ, ਮੈਂ ਕਿਹਾ ਜੀ ਆਈ ਐਮ ਫੀਲਿੰਗ ਇਨਸਿਕਿਉਰ। ਠੀਕ ਹੈ ਜੀ, ਮੇਰੇ ਬੱਚੇ ਮੇਰੇ ਨਾਲ ਨਾਰਾਜ਼ ਹੈਗੇ ਆ, ਉੱਚਾ ਬੋਲਦੇ ਆ, ਤੇ ਬੱਚਿਆਂ 'ਚ એનર્ਜੀ ਬਹੁਤ ਹੁੰਦੀ ਹੈ। ਕੱਲ੍ਹ ਨੂੰ ਮੈਨੂੰ ਕੁਝ ਹੈਵੀ ਨਵੀ ਹੋ ਜਾਵੇ, ਮੈਂ ਇਮੀਡੀਏਟਲੀ ਮੈਂ ਆਪਣੀ ਮੈਨੇਜਮੈਂਟ ਨੂੰ ਇਨਫੋਰਮ ਕੀਤਾ। ਮੈਨੇਜਮੈਂਟ ਨੇ ਮੈਨੂੰ ਇਹ ਗੱਲ ਕਹੀ ਕਿ ਜੀ ਤੁਸੀਂ ਵਰਕ ਫਰੋਮ ਹੋਮ ਕਰੋ, ਅਸੀਂ ਉੱਥੇ ਦੇਖਦੇ ਪਏ ਹਾਂ। ਇੱਥੇ ਮੇਰੀ ਜਾਨ ਚਲੀ ਜਾਵੇ, ਉੱਥੋਂ ਦੇਖਦੇ ਪਏ। ਤੁਹਾਨੂੰ ਉੱਚਾ ਕੌਣ ਬੋਲੇ? ਉੱਚਾ ਕੋਈ ਨਹੀਂ ਬੋਲਿਆ ਸਰ, ਇਹਨਾਂ ਨੇ ਹੁਣ ਆਪਣਾ ਪੱਖ ਤਾਂ ਰੱਖਣਾ ਨਾ। ਇਹਨਾਂ ਨੇ ਮੈਨੂੰ ਪੱਖ ਰੱਖਿਆ, ਸਰ ਸਾਨੂੰ ਦਿਓ, ਜਵਾਬ ਦਿਓ, ਅਸੀਂ ਕੀ ਕਰੀਏ। ਔਰ ਮੈਂ ਇੱਕ ਔਨ ਦਾ ਰਿਕਾਰਡਸ ਗੱਲ ਕਰਦਾ ਵਾਂ, ਮੇਰੀ ਜਗ੍ਹਾ ਕੋਈ ਹੋਰ ਹੁੰਦਾ ਸ਼ਾਇਦ ਇਹ ਟੀਚਰ ਪਤਾ ਨਹੀਂ ਕਦੋਂ ਦਾ ਕੀ ਡਿਸੀਜਨ ਲੈ ਲੈਂਦੇ। ਤੁਹਾਡੇ ਸਾਹਮਣੇ ਬੈਠੇ ਤੁਸੀਂ ਪੁੱਛ ਲਓ, ਇਹ ਮੇਰੇ ਮੂੰਹ ਨੂੰ ਅੱਜ ਦੀ ਡੇਟ ਵਿੱਚ ਵੀ ਚੁੱਪ ਨੇ। ਜੇ ਇਹ ਮੇਰੇ ਬੱਚੇ, ਮੇਰੇ ਟੀਚਰਸ, ਮੇਰੀ ਸਟਰੈਂਥ ਅੱਜ ਦੀ ਡੇਟ ਨੂੰ ਮੇਰੇ ਲਈ ਚੁੱਪ ਨੇ ਤੇ ਇਹਨਾਂ ਦੀ ਆਵਾਜ਼ ਮੈਂ ਬਣਾਂਗਾ। ਪ੍ਰਿੰਸੀਪਲ ਸਾਹਿਬ ਇਹ ਇਸ਼ੂਜ਼ ਬਹੁਤ ਪੁਰਾਣੇ ਨੇ, ਕੋਈ ਨਵੇਂ ਇਸ਼ੂਜ਼ ਇੱਥੇ ਸਕੂਲ ਦੇ ਵਿੱਚ ਕ੍ਰੀਏਟ ਨਹੀਂ ਹੋਏ।
ਤੇ ਬਟ ਤੁਹਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਮੈਨੇਜਮੈਂਟ ਦੇ ਖਿਲਾਫ, ਇਹ ਫਸਟ ਟਾਈਮ ਅਸੀਂ ਤੁਹਾਨੂੰ ਇਸ ਸਰ ਮੈਂ ਇੰਨੇ ਕੁ ਮੈਂਟਲ ਪ੍ਰੈਸ਼ਰ 'ਚ ਆ, ਜੇ ਅੱਜ ਮੈਂ ਪ੍ਰੈਸ ਕਾਨਫਰੰਸ ਨਹੀਂ ਕਰਦਾ ਤੇ ਸ਼ਾਇਦ ਮੈਂ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੁੰਦਾ। ਸਰ ਪ੍ਰੈਸ਼ਰ ਕਿਹਦੇ ਵੱਲੋਂ? ਪ੍ਰੈਸ਼ਰ ਸਰ ਮੈਨੂੰ ਮੈਂਟਲ ਪ੍ਰੈਸ਼ਰ ਹੈਗਾ, ਮੈਂ ਕੰਪਨੀ ਮੇਰੀ ਨਹੀਂ ਸੁਣਦੀ ਪਈ, ਟੀਚਰਸ ਮੇਰੇ ਨਾਲ ਕੋਆਪਰੇਟ ਕਰਨਾ ਹੌਲੇ ਬੰਦ ਕਰ ਰਹੇ ਆ। ਤੁਹਾਡੇ ਪਰਿਵਾਰ ਦਾ, ਤੁਹਾਡਾ ਬੱਚਾ ਤੁਹਾਡੀ ਗੱਲ ਨਾ ਮੰਨੇ, ਤੁਸੀਂ ਸਟ੍ਰੈਸ 'ਚ ਨਹੀਂ ਆਓਗੇ। ਮੇਰੇ ਕਮਰੇ ਨੂੰ ਤਾਲਾ ਲਾਤਾ, ਮੈਂ ਉੱਥੇ ਬੈਠਾ, ਉੱਥੇ ਤਾਲਾ ਲਾਤਾ, ਅੱਜ ਸਵੇਰੇ ਗੇਟ ਨੂੰ ਤਾਲਾ ਲੱਗਾ ਕਿ ਮੈਂ ਮੈਂਟਲੀ ਹਰਾਸ਼ ਹੋ ਰਿਹਾ। ਇਹਦੇ ਲਈ ਕੰਪਨੀ ਕੋਈ ਵੀ ਜ਼ਿੰਮੇਵਾਰ ਹੈ ਜੀ। ਜਦ ਤੱਕ ਮੈਂ ਤਾਂ ਸਿੰਪਲ ਇਹ ਗੱਲ ਕਹਾਂਗਾ, ਜਦ ਤੱਕ ਇਹ ਦੋ ਮੁੱਦੇ ਹੱਲ ਨਹੀਂ ਹੁੰਦੇ, ਮੈਂ ਅੱਜ ਹੁਣੇ ਭੁੱਖ ਹੜਤਾਲ ਤੇ ਬਹਿਣ ਲੱਗਾ ਵਾਂ। ਔਰ ਜੇ ਕੋਈ ਹਵੀ ਨਵੀ ਹੋਗੀ ਇਨ ਕੇਸ ਆਫ ਐਨੀ ਅਨਟੋਵਰਡ ਇਨਸੀਡੈਂਟਸ, whole of the district administration and all the concerned persons will be responsible। ਤੁਸੀਂ ਮੈਨੇਜਮੈਂਟ ਦੇ ਖਿਲਾਫ ਪ੍ਰੋਟੈਸਟ ਦੇ ਸਰ ਪ੍ਰੋਟੈਸਟ ਨਹੀਂ ਮੈਂ ਕਰ ਰਿਹਾ, ਮੈਨੇਜਮੈਂਟ ਦੇ ਖਿਲਾਫ ਪ੍ਰੋਟੈਸਟ ਨਹੀਂ ਕਰ ਰਿਹਾ, ਮੈਂ ਇਹਨਾਂ ਦੇ ਹੱਕ ਦੀ ਗੱਲ ਕਰ ਰਿਹਾ। ਮੈਂ ਇਹਨਾਂ ਦੇ ਹੱਕ ਦੀ ਗੱਲ ਕਰ ਰਿਹਾ। ਯਾਨੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਨਾ ਮੈਨੇਜਮੈਂਟ ਸੁਣ ਰਹੀ ਹੈ ਨਾ ਸਰਕਾਰ ਸੁਣ ਰਹੀ ਹੈ? ਸਰਕਾਰ ਵੀ ਸੁਣੂਗੀ ਜੀ, ਮੈਂ ਪਰ ਹੜਤਾਲ ਤੇ ਬੈਠੂੰਗਾ, ਸਰਕਾਰ ਸੁਣੇਗੀ। ਤੁਹਾਡੇ ਹਲਕੇ ਦੇ ਨੇ ਫੇਰ ਨਹੀਂ ਸੁਣਵਾਈ? ਮੇਰੀ ਉਹਨਾਂ ਨਾਲ ਹਜੇ ਗੱਲ ਨਹੀਂ ਹੋਈ ਹੈ, ਮੈਂ ਗੱਲ ਕਰਾਂਗਾ ਜੀ। ਹੜਤਾਲ ਤੇ ਕਿਸ ਦੇ ਖਿਲਾਫ ਬੈਠੋਗੇ ਤੁਸੀਂ? ਮੈਂ ਕਿਸੇ ਦੇ ਖਿਲਾਫ ਨਹੀਂ ਬੈਠਾਂਗਾ, ਮੈਂ ਇਹਨਾਂ ਦੇ ਹੱਕ 'ਚ ਬੈਠਾਂਗਾ। ਟੀਚਰ ਨਾਲ ਬੈਠਣਗੇ? ਮੈਂ ਟੀਚਰ ਦੇ ਹੱਕ 'ਚ ਬੈਠਾਂਗਾ। ਸਰ ਟੀਚਰ ਨਾਲ ਬੈਠਣਗੇ? ਉਹ ਤਾਂ ਟੀਚਰਾਂ ਨੂੰ ਪੁੱਛ ਲਓ ਜੀ, ਬਹਿਣਗੇ ਕਿ ਨਹੀਂ ਬਹਿਣਗੇ, ਮੈਂ ਇਕੱਲਾ ਬੈਠਾਂਗਾ ਜੀ। ਜੇ ਮੇਰੇ ਟੀਚਰਸ ਮੇਰੇ ਨਾਲ ਬੈਠਣਗੇ, ਮੇਰਾ ਸਾਥ ਦੇਣਗੇ, ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ। ਠੀਕ ਹੈ ਜੀ।